ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾਰ ਦੇ ਰੰਗ ਵੇਖੋ ਕਿੱਥੇ ਪੰਜਾਬ, ਫਿਰ ਪੰਜਾਬ ਦਾ ਕੇਂਦਰ ਰਾਮਦਾਸਪੁਰਾ, ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਸਾਰਾ ਸੰਸਾਰ ਜਾਣਦਾ ਹੈ। ਇਸ ਸ੍ਰੀ ਅੰਮ੍ਰਿਤਸਰ ਜੀ ਦੇ ਪਹਾੜ ਦੀ ਬਾਹੀ ਵੱਲ ਇੱਕ ਪਿੰਡ ਹੈ ਕੁੱਕੇਵਾਲੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਵਨ ਪਵਿੱਤਰ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ। ਇਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਧਰਤੀ ਨੂੰ ਤਾਰ ਚੁੱਕੇ ਸਨ। ਇਸ ਸਥਾਨ ਨੂੰ ਹੁਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੌਵੇਂ ਸਤਿਗੁਰੂ ਜੀ ਇੱਥੇ ਬਰਾੜ ਰਹੇ ਸਨ। ਫਿਰ ਕਿਸੇ ਵਾਹਿਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰਨ ਦਾ ਉਦਮ ਤੇ ਉਸ ਉਦਮ ਦਾ ਉਤਸ਼ਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਇਸ ਸੰਦੇਸ਼ ਨੂੰ ਲੈ ਕੇ ਜਗਤ ਜਲੰਦੇ ਨੂੰ ਤਾਰਨ ਲਈ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸੀਸ ਪਰ ਬਿਰਾਜਮਾਨ ਕਰਵਾ ਕੇ ਲੈ ਤੁਰਿਆ। ਇਹੀ ਸ਼ੌਕ ਜਾਂ ਇੰਝ ਕਹਿ ਲਈਏ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਮਿਸ਼ਨ। ਇਸ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਛੱਟਾ ਪਹਿਲਾਂ ਹੀ ਦਿੱਤਾ ਸੀ। ਉਹ ਹੁਣ ਅੰਗੂਰੀ ਕੁਝ ਕਮਲਾਉਂਦੀ ਸੀ, ਜਿਸ ਨੂੰ ਹਰੀ ਭਰੀ ਕਰਨੇ ਨਿਮਿਤ ਸ੍ਰੀ ਗੁਰੂ ਜੀ ਤਿਆਰ ਹੋਏ। ਪੰਜਾਬ ਛੱਡਿਆ ਔਰ ਆਨੰਦ ਭਵਨ ਆਨੰਦਪੁਰ ਵੀ ਛੱਡਿਆ। ਗੁਰੂ ਤੇਗ ਬਹਾਦਰ ਸ੍ਰਿਸ਼ਟੀ ਦੀ ਚਾਦਰ ਪੂਰਬ ਵੱਲ ਨੂੰ ਰੁਖ ਕਰਕੇ ਤੁਰ ਪਏ। ਥਾਂ ਥਾਂ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅੱਪੜ ਕੇ ਤੀਸਰੇ ਜਾਮੇ ਦੇ ਕੌਤਕ ਵਾਂਗੂ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਨ ਅਰਥ। ਸ੍ਰਿਸ਼ਟੀ ਨੂੰ ਤਾਰਦੇ ਭੈ ਭਰਮ ਵਿੱਚੋਂ ਕੱਢ ਕੇ ਸਤਨਾਮ ਦੇ ਪੁਲ ਪਰ ਚੜਾਉਂਦੇ ਹੋਏ ਜੀ ਦਾਨ, ਨਾਮਦਾਨ, ਵਿਸਾਹ ਦਾਨ, ਭਰੋਸਾ ਦਾਨ, ਸਿਦਕ ਦਾਨ, ਅੰਨ ਦਾਨ, ਬਸਤਰ ਦਾਨ, ਫਿਰ ਮਿੱਠੇ ਬਚਨਾਂ ਦਾ ਦਾਨ, ਪ੍ਰੇਮ ਦਾ ਦਾਨ, ਇਸ ਨੂੰ ਵੰਡਦੇ ਹੋਏ ਤ੍ਰਿਵੇਣੀ ਪਹੁੰਚ ਕੇ ਉਸ ਥਾਂ ਦੇ ਵਾਸੀਆਂ ਨੂੰ ਸੱਚੀ ਤ੍ਰਿਵੇਣੀ ਦਾ ਮਾਰਗ ਦੱਸਿਆ। ਕਬੀਰ ਗੰਗ ਜਮੁਨ ਕੇ ਅੰਤਰੇ, ਸਹਿਜ ਸੁਨ ਕੇ ਘਾਟ, ਤਹਾਂ ਕਬੀਰੈ ਮਠ ਕੀਆ, ਖੋਜਤ ਮੁਨ ਜਨ ਬਾਟ। ਅਨੇਕਾਂ ਤ੍ਰਿਵੇਣੀ ਨਦੀ ਵਿੱਚ ਫਸਿਆਂ ਨੂੰ ਕੱਢ ਕੇ ਇਸ ਸਹਿਜ ਪਦ ਦੀ ਤ੍ਰਿਵੇਣੀ ਵਿੱਚ ਪਹੁੰਚਾਇਆ ਤੇ ਭਾਰੀ ਪੁੰਨ ਦਾਨ ਕੀਤੇ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਇੱਥੋਂ ਚੱਲਦੇ ਹੋਏ ਆਪ ਜੀ ਪਟਨੇ ਸ਼ਹਿਰ ਪਹੁੰਚੇ। ਰਸਤੇ ਵਿੱਚ ਚਾਚੇ ਫੱਗੂ ਵਰਗੇ ਪਿਆਰੇ ਤੇ ਅਨੇਕਾਂ ਸਿਦਕੀ ਇਸ ਦੇਸ਼ ਵਿੱਚ ਵਸਦੇ ਸੇ। ਉਸ ਦੇਸ਼ ਨੂੰ ਕਿਰਤਾਰਥ ਕਰਦੇ ਹੋਏ ਪਟਨੇ ਤੱਕ ਪਹੁੰਚ ਗਏ। ਇਸ ਦੇਸ਼ ਨੇ ਅੱਗੇ ਇੱਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ, ਜਿਸ ਨੇ ਨੇਕੀ ਦੇ ਚਸ਼ਮੇ ਵੱਲੋਂ ਚੁੱਪ ਰੱਖ ਕੇ ਨਿਰੀ ਨੇਕੀ ਪ੍ਰਚਾਰੀ ਸੀ। ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ ਜੋ ਕਾਦਰ ਵਿਹੂਣੇ ਕੁਦਰਤ ਦੇ ਪ੍ਰੇਮੀਆਂ ਵਿੱਚ ਰਹਿੰਦੀ ਹੈ, ਉਹ ਪੂਰੀ ਹੋਵੇ। ਉਹ ਮਹਾਂਪੁਰਸ਼ ਮਹਾਤਮਾ ਬੁੱਧ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਵਿਖਿਆਤ ਹਨ। ਹੁਣ ਉਸ ਧਰਤੀ ਵਿੱਚ ਉਸਦੇ ਅਵਤਾਰ ਲੈਣਾ ਸੀ ਜੋ ਪੂਰਨ ਨੇਕੀ ਨੂੰ ਜਾਣਦਾ ਸੀ, ਪਰ ਜਿੱਥੋਂ ਨੇਕੀ ਨਿਕਲੀ ਹੈ ਉਸਦਾ ਵੀ ਪੱਕਾ ਸਿਆਣੂ ਸੀ, ਜੋ ਇਹ ਕਹਿਣ ਦੀ ਲੋੜ ਨਹੀਂ ਸੀ ਰੱਖਦਾ ਕਿ ਪਰਦੇ ਦੇ ਬਾਅਦ ਪਰਦਾ ਹੈ, ਸਗੋਂ ਜੋ ਇਹ ਕਹਿ ਸਕਦਾ ਸੀ ਕਿ ਆਦ ਪੁਰਖ ਅਵਗਤ ਅਬਨਾਸੀ, ਲੋਕ ਚਤੁਰਦਸ
जोत प्रगासी। जिसने हुक्म दा थौ ही नहीं लोकां नूं दसना, सगों हुक्म दे मालक करतार दा भी पूर्ण ज्ञान दे के ये दसना सी, फोकट धर्म विसार सबै, करतार ही को करता जी जान्यो। भाव सिद्ध सुभयं प्रसिद्ध सबै जग, एक ही ठौर अनेक बखानै, रे मन रंक कलंक बिनार, तैं कै कारण ते ना पछानै। हाँ, उस धरती नूं ਇਹ ਫਖਰ ਮਿਲਣਾ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਅਵਤਾਰ, ਸਭ ਤੋਂ ਵੱਡਾ ਮੁਕਤੀ ਦਾਤਾ, ਸਭ ਤੋਂ ਵੱਡਾ ਵੀਰ, ਸਭ ਤੋਂ ਵੱਡਾ ਸੁਤੰਤਰ ਦਾਤਾ, ਸਭ ਤੋਂ ਵੱਡਾ ਸੰਸਾਰ ਵਿੱਚ ਵਟਾਊ ਪੈਦਾ ਕਰਨ ਵਾਲੇ ਗੁਰੂ ਅਵਤਾਰ, ਕਵੀ, ਵਿਦਵਾਨ, ਨੀਤੀਵੇਤਾ, ਸੈਨਾਪਤੀ, ਗ੍ਰਹਿਸਤੀ, ਸਾਧੂ, ਸਿੱਧ, ਤਿਆਗੀ, ਉਪਦੇਸ਼ ਦਾਤਾ, ਕਰਨੀ ਤੇ ਕਹਿਣੀ ਦਾ ਸੂਰਾ ਇੱਥੇ ਪ੍ਰਗਟ ਹੋਇਆ ਹੈ। ਇਸੇ ਨਿਮਿਤ ਪ੍ਰਕਾਸ਼ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਜੀ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਇਸ ਸਥਲ ਤੇ ਬਿਰਾਜਮਾਨ ਹੋ ਗਏ ਸਨ। ਕੁਝ ਸਮਾਂ ਰਹਿ ਕੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਅਸਾਮ ਚਲੇ ਗਏ ਸਨ। ਇੱਥੇ ਹੀ ਸੰਮਤ 1723 ਬਿਕਰਮੀ ਦਾ ਭਾਗ ਪੋਹ ਸੁਦੀ ਸਤਵੇਂ ਇਹ ਮਹੀਨਾ ਆਇਆ। ਅੱਗੇ ਵੀ 7 ਸਦੀਆਂ ਤੋਂ ਕਈ ਪੋਹ ਇਸ ਧਰਤੀ ਵਿੱਚ ਆ ਰਹੇ ਸਨ, ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾ। ਔਰ ਇਹ ਸਤੀ ਹੋਈ ਭਾਰਤ ਭੂਮੀ ਪਿਆਰੇ ਦੇ ਪ੍ਰੇਮ ਵਿੱਚ ਮਾਨੋ ਇਉਂ ਪੁਕਾਰਦੀ ਰਹੀ, ਪੋਖ ਤੁਖਾਰ ਪੜੈ ਵਣ ਤਿਣ ਰਸ ਸੁਖ ਹੈ, ਆਵਤ ਕੀ ਨਾ ਹੈ ਮਨ ਤਨ ਵਸ ਹੈ ਮੁਖ ਹੈ। ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ। ਦਰਸ਼ਨ ਦਿਓ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਪਰ ਹੁਣ ਕਿਹੋ ਜਿਹਾ ਪੋਹ ਆਇਆ, ਦੁੱਖ ਹਰਨ ਵਾਲਾ, ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ। ਇਸ ਪੋਹ ਦੀ ਮਹਿਮਾ ਇਉਂ ਫਾਬਰੀ ਹੈ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗਹਿ ਲੀਨੇ ਪਾਰ ਬ੍ਰਹਮ, ਬਹੁੜ ਨਾ ਵਿਛੜਿਆ। ਬਾਹਰ ਜਾਉ ਲਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਸਰਮ ਪਈ ਨਾਰਾਇਣ ਹੈ, ਨਾਨਕ ਦਰ ਪਈਆ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪ੍ਰਵਾਹ। ਐਸੇ ਪਿਆਰੇ ਪੋਹ ਦਾ, ਜਿਸ ਵਿੱਚ ਵਿਖਿਆ ਪੋਏ ਨਾ ਸਕੇ ਦਾ, ਬੰਨ ਨੂੰ ਬੰਨਣ ਵਾਲਾ ਤੇਜ ਸ਼ਿਵਾਏ। ਹਰ ਰਾਜ ਮਹਾਰਾਜ ਔਰ ਸਰਬ ਕਲਾ ਭਰਪੂਰ ਪ੍ਰਗਟ ਹੋਇਆ। ਇੱਕ ਦਿਹਾੜਾ ਆਇਆ ਜਿਸ ਦਿਨ ਸਪਤਮੀ ਤਿਥ ਸੀ। ਇਸ ਭਾਗ ਭਰੇ ਦਿਨ ਸਵਾ ਪਹਿਰ ਰਾਤ ਰਹਿੰਦੀ ਸੀ। ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਧਰਮ ਧੁਰੰਤਰ ਪੂਰਨ ਗੁਰ ਅਵਤਾਰ ਜੀ ਦੇ ਗ੍ਰਹਿ, ਮਾਤਾ ਗੁਜਰੀ ਜੀ ਦੇ ਸੁਲੱਖਣੇ ਗ੍ਰਹਿ ਸ੍ਰੀ ਕਲਗੀਧਰ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ। ਮਹਾਂਪੁਰਖਾਂ ਦੇ ਅਵਤਾਰ ਧਰਤੀ ਤੇ ਉਦਾਰ ਨਿਮਿਤ ਹੋਇਆ ਕਰਦੇ ਹਨ। ਜਦ ਕਦੇ ਪ੍ਰਿਥਵੀ ਪਰ ਪਾਪ ਅੱਤ ਹੋ ਜਾਵੇ, ਤਦ ਆਤਮ ਸ੍ਰਿਸ਼ਟੀ ਵਿੱਚੋਂ ਕੋਈ ਉਪਕਾਰੀ ਆਉਂਦਾ ਹੈ। ਪਰ ਐਤਕੀ ਤਾਂ ਪਰ ਉਪਕਾਰੀਆਂ ਦੇ ਸਰਤਾਜ ਆ ਗਏ, ਔਰ ਇੱਕੋ ਵਾਰੀ ਆ ਕੇ ਚਲੇ ਨਹੀਂ ਗਏ, 10 ਜਾਮੇ ਧਾਰੇ। ਇਹ ਹੁਣ 10ਵਾਂ ਜਾਮਾ ਉਸੇ ਜੋਤੀ ਨੇ ਧਾਰਿਆ ਹੈ। ਆਤਮ ਸ੍ਰਿਸ਼ਟੀ ਵਿੱਚ ਆਤਮ ਪ੍ਰਕਾਸ਼ ਹੋਏ ਕੁਦਰਤੀ ਬਾਤ ਸੀ। ਸਰੀਰਕ ਸ੍ਰਿਸ਼ਟੀ ਵਿੱਚ ਕੋਈ ਰਾਜਾ ਪਾਤਸ਼ਾਹ
ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਹਨ। ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿੱਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸਤਿ ਆਤਮਾ ਦਿੰਦਾ ਹੈ। ਜਦ ਆਤਮ ਸ੍ਰਿਸ਼ਟੀ ਤੇ ਤੇਜਸਵੀ ਮਹਾਂਪੁਰਸ਼ ਆਏ ਤਾਂ ਆਤਮ ਕੌਤਕ ਪ੍ਰਗਟੇ, ਇਹ ਜ਼ਰੂਰੀ ਸੀ। ਤੇ ਆਤਮ ਰਸੀਆਂ ਇਸ ਦਾ ਅਸਰ ਕਬੂਲਿਆ, ਇਹ ਵੀ ਇੱਕ ਕੁਦਰਤੀ ਬਾਤ ਸੀ। ਸੋ ਉਸ ਵੇਲੇ ਇੱਕ ਤਪੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਔਰ ਉਸੇ ਸੇਧ ਤੇ ਪਟਨੇ ਪਹੁੰਚਾ। ਸ੍ਰੀ ਗੁਰੂ ਜੀ ਦੇ ਦੁਆਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ਼ ਗੁਜ਼ਾਰੀ। ਅੱਗੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ ਜੇ ਕੋ ਸੋਨੇ ਚਾਂਦੀ ਦੇ ਵਪਾਰੀ ਸ਼ਰਾਫ ਦੇ ਘਰ ਆਦਰ ਪਾਉਂਦੇ ਹਨ। ਦੈਵੀ ਬਾਲਕ ਨੂੰ ਕੁਛੜ ਲੈ ਕੇ ਦਾਈ ਆਈ ਤੇ ਸਾਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆਂ ਕਈ ਵੀਰ ਫਕੀਰਾਂ ਨੂੰ ਵੀ ਪੜਦੇ ਰਹਿੰਦੇ ਤੇ ਸੰਸੇ ਉੱਠਦੇ ਹਨ। ਹੁਣ ਫਕੀਰ ਸਾਈਂ ਦੇ ਜੀ ਵਿੱਚ ਵੀ ਸੰਸਾ ਉੱਠਿਆ। ਪ੍ਰੀਖਿਆ ਦਾ ਸ਼ੌਕ ਆਇਆ ਕਿ ਦੇਖੀਏ ਇਹ ਹਿੰਦੂ ਮਤ ਦੇ ਹੋਣਗੇ ਕਿ ਇਸਲਾਮ ਦੇ। ਉਹਨਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਕਿ ਜੇ ਦੁੱਧ ਡੋਲਣਗੇ ਤਦ ਮੁਸਲਮਾਨ, ਜੇ ਪਾਣੀ ਡੋਲਣਗੇ ਤਾਂ ਹਿੰਦੂ ਸਮਝਾਂਗੇ। 2 ਕੁੱਜੀਆਂ ਲੀਤੀਆਂ, ਇੱਕ ਵਿੱਚ ਦੁੱਧ, ਦੂਈ ਵਿੱਚ ਪਾਣੀ ਪਾ ਕੇ ਦੈਵੀ ਬਾਲਕ ਜੀ ਦੇ ਅੱਗੇ ਕੀਤਾ। ਪਰ ਇਹ ਕੀ, ਕੌਤਕਹਾਰ ਬਾਲਕ ਨੇ ਇੱਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ ਤਾਂ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁੱਲ ਕੇ ਰਲ ਮਿਲ ਕੇ ਇੱਕ ਹੋ ਗਏ। ਪ੍ਰਤੱਖ ਉਪਦੇਸ਼ ਦੇ ਦਿੱਤਾ ਕਿ ਤਵਸਵ ਦੀ ਕੁੱਜੀ ਜੋ ਮੁਸਲਮਾਨਾਂ ਦਾ ਪ੍ਰਤੀਕ ਹੈ ਔਰ ਵਰਨਾਸ਼ਰਮ ਦੇ ਹੱਠ ਦੀ ਕੁੱਜੀ ਹਿੰਦੂਆਂ ਦੀ ਤੋੜ ਕੇ ਜਲ ਦੁੱਧ ਨੂੰ ਇੱਕ ਖਾਲਸਾ ਕਰ ਦਿਆਂਗੇ। ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ। ਸ੍ਰੀ ਗੁਰਵਾਕ ਹੈ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣੋ ਆਪੇ ਖਵੈ ਦੁੱਧ ਕਉ ਖਬਰ ਨਾ ਦੇ। ਐਉਂ ਹਿੰਦੂ ਤੇ ਮੁਸਲਮਾਨ ਇੱਕ ਦੂਏ ਨਾਲ ਪਿਆਰ ਕਰਨ ਵਾਲੇ ਬਣਾਵਾਂਗੇ। ਦੁੱਧ ਅੱਗ ਤੇ ਧਰੋ ਤਾਂ ਪਾਣੀ ਸੜਦਾ ਹੈ, ਦੁੱਧ ਨੂੰ ਨਹੀਂ ਸੜਨ ਦਿੰਦਾ। ਦੁੱਧ ਆਪਣੇ ਪਿਆਰੇ ਦਾ ਦੁੱਖ ਵੇਖ ਕੇ ਉਛਲਦਾ ਹੈ, ਆਪ ਅੱਗ ਤੇ ਪੈ ਕੇ ਉਸ ਨੂੰ ਬੁਝਾ ਦਿੰਦਾ ਹੈ ਤੇ ਉਛਲਦੇ ਨੂੰ ਫਿਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁੜ ਜਾਂਦਾ ਹੈ। ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ ਅਵਤਾਰ ਦੋਹਾਂ ਨੂੰ ਨਿਮਰਤਾ ਦੀ ਧਰਤੀ ਤੇ ਪਾ ਕੇ ਪ੍ਰੇਮ ਨਾਲ ਗੁੰਨੇਗਾ। ਇਹ ਤੱਕ ਕਿ ਉਸ ਦਾ ਪ੍ਰੇਮ ਹੋਰ ਉਮ ਗਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ। ਫਿਰ ਫਕੀਰ ਆਪਣੇ ਹੋਰ ਵੀ ਧਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ। ਫਕੀਰ ਦੀ ਆਯੂ ਹੋ ਚੁੱਕੀ ਸੀ, ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲੀਤੇ ਔਰ ਕਿਸ ਤਰ੍ਹਾਂ ਅੰਮ੍ਰਿਤ ਸਾਜ ਕੇ ਸ੍ਰਿਸ਼ਟੀ ਮਾਤਰ ਨੂੰ ਜੋੜਨ ਲਈ ਮਾਨੋ ਜੋੜਵਾਂ ਮਸਾਲਾ ਤਿਆਰ ਕਰ ਦਿੱਤਾ। ਕਿਸ ਤਰ੍ਹਾਂ ਹਿੰਦੂ ਸਿੱਖ ਹੋ ਗਏ ਔਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰ ਕੇ ਆਪਣੇ ਸੁਪੁੱਤਰ ਭੇਟ ਕਰਕੇ ਕ੍ਰਿਤ ਹੋਏ। ਕਿਸ ਤਰ੍ਹਾਂ ਅੰਮ੍ਰਿਤ ਦਾ ਦਰਵਾਜ਼ਾ ਪ੍ਰਾਣੀ ਮਾਤਰ ਲਈ ਖੁੱਲ ਗਿਆ। ਕਿਸ ਤਰ੍ਹਾਂ ਦੇਸ਼ ਨੂੰ ਸੁਤੰਤਰਤਾ ਮਿਲੀ ਹੈ। ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ। ਇਹ ਗੁਰੂ ਪਿਆਰੇ ਭੀਖਨ ਸ਼ਾਹ ਪੰਜਾਬ ਦੀ ਧਰਤੀ ਸਡੌਰੇ ਤੋਂ ਚੱਲੇ, ਪਟਨੇ ਆ ਕੇ ਸ੍ਰੀ ਗੁਰੂ ਜੀ ਦੇ ਅਵਤਾਰੀ ਜਾਮੇ ਦੇ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਕਿਰਤਾਰਥ ਕੀਤਾ। ਇਧਰ ਮੇਰੇ ਬਾਲਾ ਪ੍ਰੀਤਮ, ਚੋਜੀ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਆਪਣੀ ਲੀਲਾ, ਆਪਣੇ ਚੋਜ ਦੁਨੀਆ ਦੇ ਬਾਲਕਾਂ ਨਾਲੋਂ ਵੱਖਰੀ ਦੁਨੀਆ ਦੇ ਸਾਹਮਣੇ ਪ੍ਰਗਟਾਉਣ ਲੱਗੇ ਹਨ।